ਸੋ ਐਨਾਲਿਟੀਕਲ ਰੀਜ਼ਨਿੰਗ ਜਿਹੜਾ ਟੌਪਿਕ ਹੈ ਇਹਨੂੰ ਆਪਾਂ ਕਿੱਦਾਂ ਡੀਲ ਕਰਨਾ ਹੈ। ਆਪਾਂ ਫਸਟ ਕੁਐਸਚਨ ਪਹਿਲਾਂ ਇੱਕ ਵਾਰ ਚੈੱਕ ਕਰਦੇ ਹਾਂ, ਫਿਰ ਉਹਦੇ ਬੇਸ 'ਤੇ ਤੁਹਾਨੂੰ ਮੈਂ ਦੱਸਦਾ ਇਹਨੂੰ ਕਿੱਦਾਂ ਸੋਲਵ ਕਰਾਂਗੇ। ਸੋ A B C D E F G and H are 8 students of a school. They study in standard 6, 7 and 8th. ਕਿੰਨੇ ਸਟੂਡੈਂਟਸ ਹੈ? 8 ਸਟੂਡੈਂਟਸ ਹੈ। ਤੇ ਉਹ ਕਿਹੜੇ ਕਿਹੜੇ ਸਟੈਂਡਰਡ 'ਚ ਪੜ੍ਹਦੇ ਆ? 6th 7th ਤੇ 8th with not more than 3 in any subject. ਇਹਦਾ ਕੀ ਮਤਲਬ ਹੈ? ਸਟੈਂਡਰਡ ਸੌਰੀ with not more than 3 in any standard. ਇਹਦਾ ਕੀ ਮਤਲਬ ਹੈ ਵਿਦ ਨਾਟ ਮੋਰ ਦੈਨ 3 ਇਨ ਐਨੀ ਸਟੈਂਡਰਡ? ਇਹਦਾ ਮਤਲਬ ਇਹ ਹੈ ਕਿ ਆ ਜਿਹੜੇ ਸਟੈਂਡਰਡ ਹੈ ਨਾ 6 7 8 ਇਹਦੇ ਵਿੱਚ 3 ਸਟੂਡੈਂਟਸ ਤੋਂ ਜ਼ਿਆਦਾ ਨਹੀਂ ਹੋ ਸਕਦੇ। ਮਤਲਬ ਇੱਕ ਸਟੈਂਡਰਡ ਫॉर ਐਗਜ਼ਾਮਪਲ 6 ਹੈ ਤੇ ਆ 8 ਦੇ 8 6 ਦੇ 6 'ਚ ਨਹੀਂ ਹੋ ਸਕਦੇ। ਕੀ ਕਲੀਅਰ ਹੋ ਗਿਆ? ਸੋ 6th ਸਟੈਂਡਰਡ 'ਚ ਵੱਧ ਤੋਂ ਵੱਧ ਕਿੰਨੇ ਹੋ ਸਕਦੇ? 3 ਬਿਲਕੁਲ। ਈਚ ਆਫ them has a favorite subject from physics, geography, English, Marathi, मैथमैटिक्स, केमिस्ट्री, बायोलॉजी एंड इकनॉमिक्स, बट नॉट नैसेसरी इन द सेम ऑर्डर। सो हर एक दा एक फेवरेट सब्जेक्ट है, ठीक है। सो किन्ने हो गए? 8 ही हो गए फिर टोटल। फिजिक्स 1 2 3 4 5 6 7 8 ये क्लीयर है, बट नॉट इन द नैसेसरी इन द सेम ऑर्डर, जरूरी नहीं इस ऑर्डर 'ਚ ਹੋਵੇ। सो ਹੁਣ ਜਦੋਂ ਆਪਾਂ ਇਹਨੂੰ ਕੁਐਸਚਨ ਨੂੰ ਸੋਲਵ ਕਰਨਾ ਹੈ, ਸਾਡੇ ਕੋਲ ਹੈ ਪਰਸਨਸ ਜਾਂ ਸਟੂਡੈਂਟਸ, ਉਸ ਤੋਂ ਇਲਾਵਾ ਸਾਡੇ ਕੋਲ ਕੀ ਹੈ? ਸਟੈਂਡਰਡਸ ਤੇ ਨਾਲ ਕੀ ਹੈ? ਸਬਜੈਕਟਸ। ਕੀ ਕਲੀਅਰ ਹੋ ਗਿਆ? ਹੁਣ ਜਦੋਂ ਆਪਾਂ ਇਹਨੂੰ ਸੋਲਵ ਕਰਨਾ ਹੈ, ਆਪਾਂ ਇਹਨੂੰ ਇਸੇ ਤਰ੍ਹਾਂ ਰੱਖਾਂਗੇ ਸੀਕੁਐਂਸ ਨੂੰ। ਆਪਾਂ ਇੱਕ ਜਗ੍ਹਾ ਰੱਖਾਂਗੇ ਸਟੂਡੈਂਟਸ, ਫਿਰ ਕੀ ਰੱਖਾਂਗੇ? ਸਟੈਂਡਰਡ, ਫਿਰ ਕੀ ਰੱਖਾਂਗੇ? ਸਬਜੈਕਟ। ਕੀ ਕਲੀਅਰ ਹੋ ਰਿਹਾ ਮੈਂ ਕੀ ਕਰ ਰਿਹਾ? ਹੁਣ ਸਟੂਡੈਂਟਸ ਨੂੰ ਆਪਾਂ ਪਹਿਲਾਂ ਅਰੇਂਜ ਕਰ ਲੈਣਾ A B C D E F G ਕਿੰਨੇ ਸੀ? H ਤੱਕ ਸੀ। ਥੋੜਾ ਜਿਹਾ ਇਹਨੂੰ ਉੱਪਰ ਲੈ ਜਾਂਦੇ ਆ। ਸੋ A B C D E F G ਤੇ H। ਕੀ ਕਲੀਅਰ ਹੈ? ਹੁਣ ਆਪਾਂ ਕੁਐਸਚਨ 'ਚ ਪੜ੍ਹੀਏ, ਦੇਖੋ ਹੁਣ ਆਪਾਂ ਇਹਨਾਂ ਦੇ ਸਟੈਂਡਰਡਸ ਵੀ ਦੱਸਣੇ ਆ ਤੇ ਕੀ ਦੱਸਣੇ ਆ? ਸਬਜੈਕਟ ਦੱਸਣੇ। ਕੰਡੀਸ਼ਨਸ ਹੋਈ ਰੱਖਣੀ ਹੈ। D likes chemistry and studies in standard 8th with only H। ਇੱਥੇ ਜਿਹੜਾ ਜਿੱਥੇ ਵੀ ਵਰਡ ਓਨਲੀ ਆ ਜਾਏ ਉਹਨੂੰ ਥੋੜਾ ਧਿਆਨ ਨਾਲ ਸਮਝਣਾ। ਹੁਣ ਸਾਨੂੰ ਪਤਾ ਹੈ D ਨੂੰ ਕੀ ਪਸੰਦ ਹੈ? ਕੈਮਿਸਟਰੀ। ਤੇ ਕਿਹੜੇ ਸਟੈਂਡਰਡ 'ਚ ਪੜ੍ਹਦਾ ਹੈ ਉਹ? 8th। ਆ ਕਲੀਅਰ ਹੋ ਰਿਹਾ ਕਿ ਨਹੀਂ? ਸੋ D ਨੂੰ ਕੀ ਪਸੰਦ ਹੈ? ਕੈਮਿਸਟਰੀ। ਤੇ ਉਹ ਕਿਹਨਾਂ ਪੜ੍ਹਦਾ ਹੈ? ਸਟੱਡੀ ਇਨ ਸਟੈਂਡਰਡ 8th with only H। ਇਹਦਾ ਮਤਲਬ ਕੀ ਹੋਇਆ? H ਕਿਹੜੇ 'ਚ ਪੜ੍ਹਦਾ ਹੋਏਗਾ? 8th। ਉਹਦਾ ਹੁਣ ਸਬਜੈਕਟ ਤਾਂ ਸਾਨੂੰ ਨਹੀਂ ਪਤਾ, ਬਟ ਇਹਦਾ ਪਤਾ ਲੱਗਿਆ 8th ਦੇ ਵਿੱਚ ਹੈ। ਸੋ ਐਕਚੁਅਲੀ ਆਪਾਂ ਇਹ ਧਿਆਨ ਰੱਖਣਾ ਹੈ ਕਿਉਂਕਿ ਇੱਥੇ ਵਰਡ ਲਿਖਿਆ ਹੈ ਵਿਦ ਓਨਲੀ H, ਇਹਦਾ ਮਤਲਬ 8th ਸਟੈਂਡਰਡ ਦੇ ਵਿੱਚ ਆਪਾਂ ਹੁਣ ਹੋਰ ਕਿਸੇ ਨੂੰ ਐਡਜਸਟ ਨਹੀਂ ਕਰ ਸਕਦੇ। ਹਾਂਜੀ ਨਹੀਂ, ਐਦਾਂ ਨਹੀਂ ਕਿ 3 ਹਰੇਕ ਸੈਕਸ਼ਨ 'ਚ 3 ਹੈ, ਫਿਰ ਤਾਂ 9 ਹੋ ਜਾਣੇ ਨਾ। ਬਿਲਕੁਲ। ਇੱਕ ਦੇ ਸਾਡੇ ਕੋਲ ਕਿੰਨੇ ਸਟੈਂਡਰਡ ਸੀਗੇ? 6th 7th ਤੇ 8th। ਪਰਸਨਸ ਕਿੰਨੇ ਆ? 8। ਕੀ ਸਾਰਿਆਂ 'ਚ 3 3 ਹੋ ਜੂਗੇ? ਨੋ। ਸੋ ਦੈਟ ਮੀਨਸ ਕਿਸੇ ਇੱਕ 'ਚ ਤਾਂ 2 ਹੋਊਗੇ, ਠੀਕ ਹੈ। ਸੋ ਉਹ ਸਾਨੂੰ ਕਿੱਦਾਂ ਬਦਲਿਆ ਕਿ ਇਹ 'ਚ 2 ਹੈ? ਦੇਖੋ ਆਹ ਸਟੇਟਮੈਂਟ 'ਚ ਕੀ ਲਿਖਿਆ ਹੈ? D likes chemistry and study in standard 8th with only H। ਇਹਦਾ ਮਤਲਬ ਜੇ ਆਪਾਂ ਹੋਰ ਵੀ ਕੋਈ 8th 'ਚ ਰੱਖ ਦਾਂਗੇ ਤਾਂ ਫਿਰ ਉਹ ਇਕੱਲੇ H ਨਾਲ ਥੋੜ੍ਹੀ ਪੜ੍ਹੇਗਾ, 2 ਜਣੇ ਨਾਲ ਹੋਰ ਪੜ੍ਹੇਗਾ ਨਾ। ਸੋ ਜੇ D ਸਿਰਫ H ਨਾਲ ਪੜ੍ਹ ਰਿਹਾ ਦੈਟ ਮੀਨਸ ਸਟੈਂਡਰਡ 8th ਦੇ ਵਿੱਚ ਫਿਰ ਆਪਾਂ ਕੋਈ ਹੋਰ ਪਰਸਨ ਨੂੰ ਨਹੀਂ ਰੱਖਾਂਗੇ। ਕੀ ਕਲੀਅਰ ਹੋ ਗਿਆ? ਸੋ ਇੱਥੇ ਮੈਂ ਕੀ ਕਰ ਰਿਹਾ? ਇੱਥੇ ਮੈਂ ਉਹ ਸੈਕਸ਼ਨ ਰੱਖੂੰਗਾ ਜਿਹਦੇ ਵਿੱਚ ਇਹ ਨਹੀਂ ਹੈਗੇ। ਮੈਂ ਦੱਸਦਾ ਹੁਣੇ, ਤੁਸੀਂ ਪਿੱਛੇ ਵੀ ਰੱਖ ਸਕਦੇ ਹੋ, ਅੱਗੇ ਵੀ ਰੱਖ ਸਕਦੇ ਹੋ। ਫॉर एग्जांपल ਅੱਗੇ ਲਿਖਿਆ ਹੈ B does not study in standard 6। ਹੁਣ ਜਿਹੜਾ B ਹੈ ਉਹ 6 ਸਟੈਂਡਰਡ 'ਚ ਨਹੀਂ ਪੜ੍ਹਦਾ। ਕੀ ਕਲੀਅਰ ਹੋ ਗਿਆ? ਸੋ ਮੈਨੂੰ ਇੱਥੇ ਲਿਖ ਸਕਦਾ, ਬਟ ਇਟਸ ਬੈਟਰ ਮੈਂ ਕੀ ਕਰਾਂ ਕਿ ਉਹ ਜੋ 6 ਸਟੈਂਡਰਡ 'ਚ ਨਹੀਂ ਪੜ੍ਹਦਾ, ਸੋ B ਨੂੰ ਕਿਹੜੇ ਸਟੈਂਡਰਡ 'ਚ ਆਪਾਂ ਰੱਖ ਲਾਂਗੇ? 7। ਹਾਂ ਕੀ ਕਹਿ ਰਹੇ ਹੋ? ਸੌਰੀ, ਅੱਛਾ 7 'ਚ ਨਹੀਂ ਪੜ੍ਹਦਾ, ਠੀਕ ਹੈ। ਸੋ B does not study in standard 7। ਸੋ ਦੈਟ ਮੀਨਸ ਇਹ ਕਿਹੜੇ ਸਟੈਂਡਰਡ 'ਚ ਹੋਏਗਾ ਫਿਰ? 6th। ਉਹ ਕਿਉਂ? ਕਿਉਂਕਿ 8th 'ਚ ਚਲਾ ਹੋ ਨਹੀਂ ਸਕਦਾ ਇਹ।
7th च है नहीं, फिर 6th होएगा। E and A study in the same standard but not with B, so E ਤੇ A ਇੱਕੋ ਹੀ ਸਟੈਂਡਰਡ 'ਚ ਪੜ੍ਹਦੇ ਆ ਬਟ ਇਹ B ਦੇ ਨਾਲ ਨਹੀਂ ਪੜ੍ਹਦੇ, ਸੋ B ਕਿਹਦੇ 'ਚ ਸੀਗਾ 7th 'ਚ ਸੀਗਾ, ਸੋ ਦੈਟ ਮੀਨਸ ਫਿਰ 7th 'ਚ ਤਾਂ ਨਹੀਂ ਹੋ ਸਕਦੇ, ਸੌਰੀ 6th 'ਚ ਸੀਗਾ B, ਠੀਕ ਹੈ B 6th 'ਚ ਸੀਗਾ, 6th 'ਚ ਨਹੀਂ ਹੋ ਸਕਦੇ, ਕਿਹ 'ਚ ਹੋਊਗੇ ਫਿਰ 7th, ਸੋ A ਵੀ ਕਿਹ 'ਚ ਹੋਏਗਾ 7th ਤੇ E ਵੀ ਕਿਹ 'ਚ ਹੋਏਗਾ 7th। क्या क्लियर हो गया? C and F study in the same standard, ਉਹ ਕਹਿੰਦਾ C ਤੇ F ਵੀ same standard 'ਚ ਪੜ੍ਹਦੇ ਆ, ਜਿਸ standard 'ਚ C ਪੜ੍ਹਦਾ ਹੋਏਗਾ ਉਸੇ standard 'ਚ F ਪੜ੍ਹੇਗਾ। ਹੁਣ ਆਪਾਂ C ਤੇ F ਇੱਦਾਂ ਕਹਿ ਸਕਦੇ ਹਾਂ ਕਿ ਉਹ E ਤੇ A ਦੇ ਨਾਲ, ਕਿਉਂਕਿ E ਤੇ A ਤਾਂ ਇਕੱਠੇ ਪੜ੍ਹਦੇ ਆ 7th standard 'ਚ ਪੜ੍ਹਦੇ ਆ, ਸੋ E A ਦੇ ਨਾਲ C F ਆਪਾਂ ਕਹਿ ਸਕਦੇ ਪੜ੍ਹਦੇ ਨਾਲ 7th standard 'ਚ ਨਹੀਂ, ਕਿਉਂ? ਕਿਉਂਕਿ ਫਿਰ ਟੋਟਲ ਕਿੰਨੇ ਹੋ ਜਾਣੇ ਆ 4, ਸੋ ਨਹੀਂ ਹੋ ਸਕਦਾ ਇੱਦਾਂ। ਸੋ ਫਿਰ C ਤੇ F ਕਿੱਥੇ ਹੋ ਸਕਦੇ? 8 'ਚ ਤਾਂ ਨਹੀਂ ਹੋ ਸਕਦੇ, 7th 'ਚ ਹੋ ਨਹੀਂ ਪਾਣਾ ਕਿਉਂਕਿ A ਤੇ E ਆਲਰੇਡੀ 2 ਹੈਗੇ ਆ ਉੱਥੇ, ਸੋ 4 ਹੋ ਜਾਣੇ, ਨਹੀਂ ਤਾਂ ਫਿਰ ਕਿਹੜੇ ਸਟੈਂਡਰਡ 'ਚ ਹੋਗੇ C ਤੇ F? 6 ਸਟੈਂਡਰਡ 'ਚ ਹੋ ਸਕਦਾ ਕਿਉਂਕਿ 6 ਸਟੈਂਡਰਡ 'ਚ ਤਾਂ ਇੱਕੋ ਹੀ ਹੈ। ਕੀ ਕਲੀਅਰ ਹੋ ਗਿਆ? ਹੁਣ G ਕਿੱਥੇ ਹੋਏਗਾ? ਦੇਖੋ 6 ਸਟੈਂਡਰਡ 'ਚ 3 ਹੋ ਗਏ, B C ਤੇ F, ਤੇ ਹੁਣ ਫਿਰ ਜਿਹੜਾ G ਹੈ ਉਹ 7 ਸਟੈਂਡਰਡ 'ਚ ਹੋ ਸਕਦਾ ਹੈ। ਕਿਹਦੇ 'ਚ? 7th, ਕਿਉਂ? ਕਿਉਂਕਿ 7th ਦੇ ਵਿੱਚ ਤਾਂ ਸਿਰਫ A ਹੋਏਗਾ, E ਹੋਏਗਾ, ਤੇ ਹੁਣ ਕੌਣ ਹੋ ਜਾਏਗਾ G, ਤੇ ਫਿਰ 6 ਸਟੈਂਡਰਡ 'ਚ ਕੌਣ ਹੋਇਆ B C ਤੇ F। ਆਪਾਂ 8th ਦੇ ਵਿੱਚ ਕਿਉਂ ਨਹੀਂ ਲਿਆ? ਕਿਉਂਕਿ 8th ਦੇ ਵਿੱਚ ਸਿਰਫ ਆਪਾਂ ਕਿੰਨੇ ਪਰਸਨਸ ਲੈਣੇ ਸੀ? 2। ਕੀ ਕਲੀਅਰ ਹੋ ਗਿਆ ਕਿ ਨਹੀਂ? ਕਨਫਿਊਜ਼ਨ ਲੱਗ ਰਹੀ ਮੈਨੂੰ? ਕਲੀਅਰ ਹੋ ਗਿਆ? ਓਕੇ, ਸੋ ਨੈਕਸਟ ਦੇਖਦੇ ਹਾਂ ਆਪਾਂ F likes physics, ਸੋ F ਨੂੰ ਕੀ ਪਸੰਦ ਹੈ? ਫਿਜ਼ਿਕਸ, ਸੋ F ਦੇ ਲਈ ਆਪਾਂ ਫਿਜ਼ਿਕਸ ਸਬਜੈਕਟ ਰੱਖਿਆ ਹੈ। The one who studies in standard 8th likes English, 8th ਵਾਲੇ ਨੂੰ ਇੰਗਲਿਸ਼ ਪਸੰਦ ਹੈ, ਸੋ ਕੀ ਉਹ H ਹੀ ਹੋਏਗਾ ਫਿਰ, ਕਿਉਂਕਿ ਆ ਕੈਮਿਸਟਰੀ ਹੋ ਚੁੱਕੀ ਹੈ। C does not like geography, ਹੁਣ C ਨੂੰ geography ਪਸੰਦ ਨਹੀਂ ਹੈ, ਸੋ C ਨੂੰ ਕੁਝ ਹੋਰ ਸਬਜੈਕਟ ਪਸੰਦ ਹੋਏਗਾ, ਸੋ ਇਹਦੇ ਬਾਹਰਲੀ ਸਾਈਡ ਆਪਾਂ ਕੀ ਰੱਖ ਦੇਣਾ? geography। ਮੈਨੂੰ ਮੈਂ ਤਾਂ ਬਾਹਰ ਕਿਉਂ ਰੱਖਿਆ? ਤਾਂ ਕਿ ਮੈਨੂੰ ਚੇਤਾ ਰਹੇ ਕਿ ਮੈਂ ਇੱਥੇ geography ਨਹੀਂ ਲਿਖ ਸਕਦਾ। C does not like geography, A's favorite subject is Marathi, A ਦਾ favorite subject ਵੀ ਸਾਨੂੰ clear ਹੋ ਗਿਆ। and G does not like biology, G ਨੂੰ biology ਪਸੰਦ ਨਹੀਂ ਹੈ, ਸੋ G ਦੇ ਬਾਹਰਲੀ ਸਾਈਡ ਆਪਾਂ ਕੀ ਲਿਖ ਦਾਂਗੇ? ਬਾਇਓਲੋਜੀ। ਕੀ ਕਲੀਅਰ ਹੋ ਗਿਆ ਇੱਥੇ ਤੱਕ? ਹੁਣ ਆਪਾਂ ਕੋਲ ਹਲੇ ਵੀ ਸਟਿਲ ਕਾਫੀ ਪੋਰਸ਼ਨ ਪਿਆ ਹੈ, ਅੱਗੇ ਵੀ ਇਨਫੋਰਮੇਸ਼ਨ ਹੈਗੀ ਹੈ ਨਹੀਂ? ਕੋਈ ਇਨਫੋਰਮੇਸ਼ਨ ਸਕਿਪ ਤਾਂ ਨਹੀਂ? ਇੱਥੋਂ ਕੰਪਲੀਟ ਹੋ ਗਈ? ਇੱਕ ਲਾਈਨ ਹੋਰ ਹੈ, those who study in standard 6 do not like maths and biology, ਸੋ ਇਹਦਾ ਮਤਲਬ 6 ਸਟੈਂਡਰਡ ਜਿਹੜੇ ਪੜ੍ਹਦੇ ਉਹਨਾਂ ਨੂੰ ਮੈਥਸ ਤੇ ਬਾਇਓਲੋਜੀ ਨਹੀਂ ਪਸੰਦ, ਸੋ 6 ਸਟੈਂਡਰਡ F ਪੜ੍ਹਦਾ ਹੈ ਬਟ ਇੱਥੇ ਤੱਕ ਕੰਪਲੀਟ ਹੋ ਚੁੱਕਾ ਹੈ, ਸੋ F ਦੇ ਲਈ ਆਪਾਂ ਨੂੰ ਰੱਖਣ ਦੀ ਲੋੜ ਨਹੀਂ ਹੈ। ਮੈਥਸ ਤੇ ਬਾਇਓਲੋਜੀ B ਤੇ C ਵੀ 6 ਸਟੈਂਡਰਡ 'ਚ ਪੜ੍ਹਦੇ ਆ, ਸੋ ਮੈਥਸ ਤੇ ਬਾਇਓ ਆਪਾਂ ਇੱਥੇ ਨਹੀਂ ਰੱਖ ਸਕਦੇ। ਕਲੀਅਰ ਹੋ ਰਿਹਾ ਕਿ ਨਹੀਂ? ਤੇ ਮੈਥ ਤੇ ਬਾਇਓ ਆਪਾਂ ਇੱਥੇ ਵੀ ਨਹੀਂ ਰੱਖ ਸਕਦੇ। ਕੀ ਕਲੀਅਰ ਹੋ ਗਿਆ? ਸੋ ਆ ਲਾਈਨ ਆਪਾਂ ਵਿੱਚ ਐਡ ਕਰ ਦੇਣੀ ਹੈ, ਦੋਜ਼ ਹੂ ਸਟੱਡੀ ਇਨ ਸਟੈਂਡਰਡ 6 ਡੂ ਨਾਟ ਲਾਈਕ ਮੈਥਸ ਐਂਡ ਬਾਇਓ, ਹੈਗੀ ਹੈ ਨਾ ਇਹ? ਕੀ ਕਲੀਅਰ ਹੋ ਗਿਆ? ਹੁਣ ਆਪਾਂ ਸਾਰਾ ਡਾਟਾ ਕੰਪਲੀਟ ਕਰ ਚੁੱਕੇ ਹਾਂ, ਠੀਕ ਹੈ। ਜਿਹੜਾ ਸੀਗਾ ਸਾਨੂੰ ਕਨਫਰਮ ਉਹ ਆਪਾਂ ਲਿਖਤਾ, ਜਿਹੜਾ ਨਹੀਂ ਸੀ ਉਹ ਆਪਾਂ ਇੱਧਰਲੀ ਸਾਈਡ ਲਿਖਤਾ। ਹੁਣ ਦੇਖੋ ਆ ਜਿਹੜਾ ਆਪਸ਼ਨ ਹੈ ਬਾਇਓ ਇੱਥੇ ਨਹੀਂ ਰੱਖ ਸਕਦੇ, ਇੱਥੇ ਤਾਂ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਇੱਥੇ ਰਿਸਟ੍ਰਿਕਸ਼ਨ ਹੈ ਕਿ ਇੱਥੇ ਤੁਸੀਂ ਮੈਥਸ ਤੇ ਬਾਇਓ ਨਹੀਂ ਰੱਖ ਸਕਦੇ, ਤੇ ਇਸ ਜਗ੍ਹਾ ਤੇ ਜਿਓਗ੍ਰਾਫੀ ਮੈਥਸ ਤੇ ਬਾਇਓ ਤਿੰਨੋਂ ਹੀ ਨਹੀਂ ਰੱਖ ਸਕਦੇ। ਕੀ ਕਲੀਅਰ ਹੋਇਆ ਕਿ ਨਹੀਂ? ਹੁਣ ਆਪਾਂ ਕਿੱਥੋਂ ਸਟਾਰਟ ਕਰਾਂਗੇ? ਦੇਖੋ ਜੇ ਆਪਾਂ ਸਟਾਰਟ ਕਰਨਾ ਆਪਾਂ ਇੱਦਾਂ ਕਰ ਸਕਦੇ ਹਾਂ, 3 ਜਗ੍ਹਾ ਤੇ ਬਾਇਓ ਦੀ ਰਿਸਟ੍ਰਿਕਸ਼ਨ ਹੈ,
बिल्कुल। सो आप इत्थे बायो लिख सकते हैं। ਆਪਾਂ ना इस जगह ਤੇ लिख सकते ना इस जगह ਤੇ ना इस जगह ਤੇ तीनों जगह ਤੇ बायो नहीं लिख सकते। ਕੀ क्लीयर हो गया? जिद्दे साडा बायो कन्फर्म हो गया ਆਪਾਂ ਨੂੰ बायो ਨੂੰ ਕੱਟਣਾ ਪਏਗਾ। ਹੁਣ ਆਪਾਂ ਕੋਲ ਦੋ ਜਗ੍ਹਾ ਮੈਥਸ ਦੀ ਰਿਸਟ੍ਰਿਕਸ਼ਨ ਹੈ ਤੇ ਇੱਕ ਤੇ ਜਗ੍ਹਾ ਤੇ ਜੀਓਗ੍ਰਾਫੀ। ਸੋ ਮੈਥਸ ਆਪਾਂ ਇਹ ਦੋ ਥਾਵਾਂ ਤੇ ਨਹੀਂ ਲਿਖ ਸਕਦੇ। ਕਰੈਕਟ। ਸੋ ਇੱਥੇ ਕੀ ਆ ਜਾਏਗਾ? ਮੈਥ। ਹੁਣ ਮੈਥ ਨੂੰ ਕੱਢ ਦਾਂਗੇ। ਹੁਣ ਜੀਓਗ੍ਰਾਫੀ ਦੀ ਇੱਕ ਰਿਸਟ੍ਰਿਕਸ਼ਨ ਹੈ। ਸੋ ਹੁਣ ਜੀਓਗ੍ਰਾਫੀ ਆਪਾਂ ਬੀ ਚ ਲਿਖ ਸਕਦੇ ਹਾਂ। ਠੀਕ ਹੈ। ਸੋ ਸੀ ਦੇ ਲਈ ਕੀ ਬਚਦਾ ਹੈ? सो थोड़े सब्जेक्ट्स है वो चेक करो। इकोनॉमिक्स रह जाएगा। क्या क्लियर हो गया? सो आज थोड़ा पूरा का पूरा सैक्शन की हो गया कंप्लीट। क्या पता लगा मैं पिछे कितना रखे है तो किस तरह अरेंज किया है? तो आप सब तो पहला किहड़ा अरेंज किया जिहड़ा सब नूं ज़्यादा रिस्ट्रिक्शन सीगियां उहनूं पहला सब तो पहला रखिया। बंदना की क्लियर हो गया? आ स्टेटमेंट आप ऐड कर देंगे बाद। ठीक है, क्लियर हो गया है? सो क्वेश्चन फर्स्ट चेक करते हैं कि है विच सब्जेक्ट डज एच लाइक? एच नूं किहड़ा सब्जेक्ट पसंद है? सो आंसर इज इंग्लिश। सो इसका आंसर आएगा फर्स्ट। व्हाट इज जीज फेवरेट सब्जेक्ट? जी का फेवरेट सब्जेक्ट की है? मैथ। सो इतने नन ऑफ दीज आंसर आ जाएगा क्योंकि मैथ तो साढ़े को है ही नहीं। क्या क्लियर हो गया? मैथमेटिक्स है ही नहीं आपको। व्हाट इज सीज फेवरेट सब्जेक्ट? सी का फेवरेट सब्जेक्ट क्या है? इकोनॉमिक्स। सो फर्स्ट आंसर आ गया। फोर्थ क्वेश्चन है which of the following combination of students standard ते subject is correct? So student standard ते subject का केड़ा combination correct है? C7 नहीं हैगा, D6 नहीं हैगा, G7 मैथ बड़े फिजिक्स है, B7 B8 था सॉरी है ही नहीं, मैथमेटिक्स है ही नहीं। none is correct। so इत्थे फोर्थ नूं जाओ, none is correct। so आपां आंसर की टिक करांगे इत्थे 5। Which of the following group of the students study in 7th standard? 7th standard च कौन कौन पढ़ता सीगा? A पढ़ता सी, E पढ़ता सी ते G पढ़ता सी। A E G A E G थर्ड आंसर आ गया। क्या क्लियर हो गया? क्या क्लियर हो गया? सो ये तुहाडे क्वेश्चन है, तुहाडा आंसर है 15153। चेक करो सही है। ठीक है, कुछ पूछना है चो? सो क्वेश्चन नंबर सेकेंड, 6 plays are to be organized from Monday to Sunday, 1 play each day with 1 day when there is no play। no play day is not Monday or Sunday। so ਜਦੋਂ ਵੀ ਸਾਨੂੰ ਕੋਈ ਸ਼ੈਦਾਂ ਦੀ ਸੀਕੁਐਂਸ ਆ ਜਾਏ ਜੇ ਚ ਉਹਨਾਂ ਨੇ ਕਿਹਾ ਕਿ ਕੁਝ ਆਰਗੇਨਾਈਜ਼ ਕਰਨਾ Monday to Sunday। ਕੀ ਕਲੀਅਰ ਹੋ ਰਿਹਾ? ਸੋ Monday to Sunday ਆਪਾਂ ਆਰਗੇਨਾਈਜ਼ ਕਰਨਾ। ਸੋ ਆਪਾਂ ਸਭ ਤੋਂ ਪਹਿਲਾਂ ਇਹ ਡੇਜ਼ ਨੂੰ ਹੀ ਅਰੇਂਜ ਕਰਾਂਗੇ। ਸੋ ਆਪਾਂ ਲਿਖਾਂਗੇ Monday, Tuesday, Wednesday, Thursday, Friday, Saturday, Sunday। क्या क्लियर है? सो आप डेज ਨੂੰ ਪਹਿਲਾਂ ਅਰੇਂਜ ਕਰਾਂਗੇ। याद रखना ਜ਼ਰੂਰੀ नहीं है संडे तक ਹੋਵੇ, कई बार Monday to Saturday भी ਹੁੰਦਾ ਹੈ ਜਾਂ Monday to Friday भी हो सकता है। बट ਇੱਥੇ ਸਾਨੂੰ ਕੀ ਦਿੱਤਾ ਹੈ? Monday to Sunday, 1 play each day with 1 day when there is no play। हर दिन कोई ना कोई प्ले ਹੋਇਆ, बट एक दिन इदां सी जिथे की सीगा no play। no play day is not Monday or Sunday। so no play मतलब इस दिन भी कोई प्ले सीगा ते इस दिन भी कोई प्ले सीगा, Monday भी ते Sunday भी। दैट मीनस Monday ते Sunday जिहड़ा है वो खाली नहीं सी। क्या क्लियर हो गया? फिर खाली दिन किहड़ा होएगा? Tuesday to Saturday दे विच कोई एक हो सकता है। क्या क्लियर हो गया? नैक्सट है द प्लेस आर हेल्ड इन सेट ऑफ 3 प्लेस ईच। जिहड़े प्लेस है 6 प्लेस हो गए ना, वो 3 प्लेस दे सैट दे विच प्ले किए गए हैं ईच इन सच अ वे दैट 3 प्लेस आर हेल्ड विदाउट एनी ब्रेक। कि 3 प्लेस विदाउट किसी ब्रेक दे हेल्ड होए। दैट इज 3 प्लेस आर हेल्ड इन सच अ वे दैट देयर इज नो प्ले डे बिटवीन दैम। ठीक है, सो इस तरह होए कि उन्होंने विच कोई नो प्ले डे नहीं सी। सो 3 दे जे सैट होए है, ठीक है, तो हुण नो प्ले डे किहड़ा होएगा? मंडे तो हो नहीं सकता, संडे भी नहीं हो सकता। सो किहड़ा होएगा इन्हां चों? बिल्कुल आंसर इज थर्सडे। वो क्यों? जे आप नो प्ले डे वैडनसडे ले लीए तो ऊपर 2 प्लेस नीचे 4 चले जाने।
ਜੇ ਆਪਾਂ ਟਿਊਜ਼ਡੇ ਲੈ ਲਈਏ नो प्ले ਉੱਪਰ 1 ਤੇ ਨੀਚੇ 5 ਚਲੇ ਜਾਣੇ। ਜੇ ਆਪਾਂ ਫਰਾਈਡੇ ਲੈ ਲਈਏ ਤਾਂ ਉੱਪਰ 4 ਨੀਚੇ 2 ਰਹਿ ਜਾਣੇ ਆ। ਬਟ ਆਪਾਂ ਨੂੰ ਸੈੱਟ ਕਿੰਨੇ ਦਾ ਚਾਹੀਦਾ ਹੈ? ਦੋਨੋਂ 3 ਦੇ ਸੈੱਟ ਚਾਹੀਦੇ ਆ, 3 plays ਈਚ। ਕੀ ਆ ਕਲੀਅਰ ਹੋ ਰਿਹਾ ਮੈਂ ਕੀ ਕਰ ਰਿਹਾ? ਕਿਉਂਕਿ 3 ਦੇ ਪਲੇ ਚਾਹੀਦੇ ਹੈ, ਸੋ ਆਪਾਂ ਮੰਡੇ ਤੇ ਸੰਡੇ ਨੂੰ ਤਾਂ नो प्ले ਡੇ ਰੱਖ ਨਹੀਂ ਸਕਦੇ। ਸੋ ਆ ਪੰਜਾਂ ਚੋਂ ਵਿੱਚੋਂ ਹੀ ਕਿਤੇ ਰੱਖਣਾ ਸੀ नो प्ले ਡੇ, ਫਿਰ ਥਰਸਡੇ ਰੱਖ ਪਾਵਾਂਗੇ, ਹੋਰ ਤਾਂ ਕੋਈ ਆਪਸ਼ਨ ਹੀ ਨਹੀਂ। ਤਾਂ ਹੀ ਉੱਪਰ ਵੀ 3 ਤੇ ਨੀਚੇ ਵੀ 3 ਬਣੂਗੇ ਵਿਦਾਊਟ ਬ੍ਰੇਕ, 3 ਪਲੇ ਇਕੱਠੇ। ਕੀ ਆ ਕਲੀਅਰ ਹੋ ਗਿਆ? ਕਨਫਿਊਜ਼ਨ ਤਾਂ ਨਹੀਂ ਇਹਦੇ 'ਚ? ਨੈਕਸਟ ਇਨਫੋਰਮੇਸ਼ਨ ਕੀ ਹੈ? Play Z is held on 26th and play X was held on 31st. So Z ਹੈ ਜਿਹੜਾ ਉਹ 26th ਨੂੰ ਹੋਇਆ ਹੈ ਤੇ X ਜਿਹੜਾ ਹੋਇਆ ਹੈ ਉਹ ਕਦੋਂ ਹੋਇਆ ਹੈ? 31st ਨੂੰ ਹੋਇਆ ਹੈ। ਸੋ ਕੀ ਆਪਾਂ ਇਹਨੂੰ ਹਲੇ ਅਰੇਂਜ ਕਰ ਸਕਦੇ ਹਾਂ? ਨਹੀਂ। Play B was not held immediately after play A. Play B was not held immediately after play A but was held after A, not necessarily immediately. ਪਲੇ ਜਿਹੜਾ B ਹੈ ਨਾ ਉਹ A ਤੋਂ ਬਾਅਦ ਹੋਇਆ ਹੈ ਬਟ ਇਮੀਡੀਏਟਲੀ ਬਾਅਦ ਨਹੀਂ ਹੋਇਆ, ਐਦਾਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਉਹ। ਕੀ ਕਲੀਅਰ ਹੋ ਗਿਆ? ਦੈਟ ਮੀਨਸ A ਤੇ B ਦੇ ਵਿੱਚ ਕੋਈ ਫਿਰ ਹੋਰ ਵੀ ਪਲੇ ਹੋ ਜਾਣਾ ਚਾਹੀਦਾ। ਆ ਸਮਝ ਪਾ ਰਹੇ ਹੋ? ਲਿਖਿਆ ਪਲੇ B was not held immediately after play A but was held after A, not necessarily immediately। ਹੋਇਆ A ਤੋਂ ਬਾਅਦ ਹੀ ਹੈ ਬਟ ਇਮੀਡੀਏਟਲੀ ਬਾਅਦ ਨਹੀਂ ਹੋਇਆ। ਦੈਟ ਮੀਨਸ A ਤੋਂ ਬਾਅਦ ਕੋਈ ਹੋਰ ਪਲੇ ਆਏਗਾ, 1 2 3 ਜਿੰਨੇ ਵੀ ਹੋ ਸਕਦੇ ਆ, ਤਾਂ ਉਸ ਤੋਂ ਬਾਅਦ ਵੀ ਰੱਖ ਸਕਦੇ। क्या क्लियर हो गया? एंड प्ले M was held immediately before Q, तो जिहड़ा प्ले M है वो होया immediately before Q। जिहड़ा प्ले M है वो immediately before Q होया। immediately before मतलब फिर गब्बे कोई प्ले नहीं आना। क्या स्टेटमेंट क्लियर होगी? प्ले M was held immediately before Q। लास्ट है all the 6 plays were held in the same month। इहदा की मतलब all the 6 plays were held in the same month। ਇੱਕ ਹੀ ਮੰਥ ਦੇ ਵਿੱਚ 6 ਦੇ 6 ਪਲੇ ਹੋਏ। ਅੱਛਾ, ਮੰਥ ਦਾ ਲਾਸਟ ਡੇਟ ਕਿਹੜੀ ਹੋ ਸਕਦੀ ਹੈ? 31st। ਦੈਟ ਮੀਨਸ X 31st ਨੂੰ ਹੋਇਆ ਸੀ। ਮੈਨੂੰ ਇੱਕ ਆਨਸਰ ਦਿਓ ਕਿ 31st ਤੋਂ ਬਾਅਦ ਕੋਈ ਹੋਰ ਪਲੇ ਹੋ ਸਕਦਾ ਹੈ? ਕਿਉਂ ਨਹੀਂ ਹੋ ਸਕਦਾ? ਕਿਉਂਕਿ ਨੈਕਸਟ ਦੀ X ਤੋਂ ਬਾਅਦ ਜੇ ਕੋਈ ਪਲੇ ਹੋਇਆ ਨਾ ਤਾਂ ਉਹ 31st ਤੋਂ ਅੱਗੇ ਤਾਂ ਕੋਈ ਡੇ ਹੁੰਦਾ ਨਹੀਂ, ਤਾਂ ਫਿਰ ਉਹ ਪਹਿਲੀ ਨੂੰ ਚਲਾ ਜਾਏਗਾ। ਕੀ ਸਮਝ ਰਹੇ ਹੋ? ਸੋ ਇਹਦਾ ਮਤਲਬ ਮੈਂ ਸੰਡੇ ਨੂੰ ਕੀ ਕਹਿ ਸਕਦਾ? 31st ਹੋ ਸਕਦਾ ਹੈ। ਕਿਉਂ? ਕਿਉਂਕਿ 31st ਜੇ ਮੈਂ ਉੱਪਰ ਰੱਖ ਲਾ ਨਾ ਤਾਂ ਫਿਰ ਸੰਡੇ ਨੂੰ ਜਿਹੜਾ ਪਲੇ ਹੋਏਗਾ ਉਹ ਤਾਂ ਹੋਇਆ ਹੀ ਸੀ, ਉਹ ਤਾਂ ਸਾਨੂੰ ਪਤਾ ਹੀ ਹੈ, ਉਹ ਫਿਰ ਪਹਿਲੀ ਨੂੰ ਚਲਾ ਜਾਏਗਾ ਜੋ ਕਿ ਪੋਸੀਬਲ ਨਹੀਂ ਹੈ। ਦੈਟ ਮੀਨਸ ਆ 31st ਮੈਂ ਉੱਪਰ ਕਿਤੇ ਨਹੀਂ ਰੱਖ ਸਕਦਾ। ਕੀ ਕਲੀਅਰ ਹੋ ਗਿਆ? ਜਿੱਦੇ ਆਪਾਂ 31st ਲੈਟਸ ਸਪੋਜ਼ ਥਰਸਡੇ ਫਰਾਈਡੇ ਸੈਟਰਡੇ ਨੂੰ ਲੈ ਲਈਏ ਤਾਂ ਉਹਦੇ ਨੀਚੇ ਫਿਰ ਅਗਲਾ ਮੰਥ ਚਲਾ ਜਾਂਦਾ ਹੈ ਜੋ ਕਿ ਪੋਸੀਬਲ ਨਹੀਂ ਹੈ। ਸੋ 31st ਫਿਰ ਆਪਾਂ ਨੂੰ ਸੰਡੇ ਰੱਖਣਾ ਪਏਗਾ ਜੋ ਕਿ X ਪਲੇ ਕੀਤਾ ਸੀ ਉਸ ਦਿਨ। ਸੋ ਉਸ ਤੋਂ ਉੱਪਰ ਪਲੇ ਜਿਹੜਾ ਹੋਏਗਾ ਉਹ 30th ਦਾ ਹੋਏਗਾ। ਉਸ ਤੋਂ ਉੱਪਰ ਕਿੰਨਾ ਹੋਏਗਾ? 29 ਹੋਏਗਾ। ਉਸ ਤੋਂ ਉੱਪਰ ਕਿੰਨਾ ਹੋਏਗਾ? 28 ਹੋਏਗਾ। ਉਸ ਤੋਂ ਉੱਪਰ ਕਿੰਨਾ ਹੋਏਗਾ? 27 26 ਤੇ 25। ਇਹਦਾ ਮਤਲਬ 25 ਨੂੰ ਸ਼ੁਰੂ ਹੋਏ ਪਲੇ, 25 26 27 28 29 30 31 ਨੂੰ ਖਤਮ ਹੋ ਗਏ ਕਿਉਂਕਿ ਅਗਲੀ ਤਰੀਕ ਤਾਂ ਆਣੀ ਨਹੀਂ। ਕੀ ਕਲੀਅਰ ਹੋ ਗਿਆ? ਸੋ ਜਿਹੜਾ Z ਸੀਗਾ ਉਹ 26 ਨੂੰ ਸੀਗਾ। ਸੋ 26 ਨੂੰ ਮਤਲਬ ਇੱਥੇ Z ਰੱਖ ਲਈਏ। ਹੁਣ ਆਪਾਂ ਕੋ ਆਹ ਚੀਜ਼ ਐਡਜਸਟ ਕਰਨੀ ਹੈ। M ਤੇ Q ਕਹਿੰਦਾ ਇਕੱਠੇ ਸੀਗੇ ਕਿਉਂਕਿ Q तो इमीडिएटली पहला M सेगा। सो मैं इत्थे एक स्पेस है, इत्थे एक स्पेस है, आ दो स्पेस इकट्ठियां हैं। सो M ते Q कित्थे रखिए? फ्राइडे सैटरडे। बिल्कुल सही है। सो इत्थे M आ जाएगा, इत्थे Q आ जाएगा, इत्थे A आ जाएगा, तो इत्थे की आ जाएगा? B आ जाएगा। सो होर कोई आप इहनूं उपर एडजस्ट कर ही नहीं पावांगे। क्लियर हो गया? सो सानू ये सीक्वेंस कित्थों पता लगी? लास्ट लाइन तो आपां नूं एडजस्ट कीता 31st नूं साडी सारी सीक्वेंस बन गई क्योंकि पहले ही इन्फॉर्मेशन दित्ती हुई सी। चेक करिए क्वेश्चंस नो। फर्स्ट क्वेश्चन है विच प्ले वाज ऑर्गेनाइज्ड ऑन मंडे। केड़ा प्ले ऑर्गेनाइज होया सी मंडे नू? ए। इत्थे सो फिफ्थ आंसर आ जाएगा। विच प्ले वाज विच डे वाज प्ले Z ऑर्गेनाइज्ड? डे दसना है हुण आपां। ट्यूसडे फर्स्ट। थर्ड है विच डे वाज नो प्ले डे? डेट डेट दसनी हुण आपां। नो प्ले डे 28th। क्लियर है? विच ऑफ द फॉलोइंग इज ट्रू? हुण ये चो आपां लास्ट चेक कर लीए। प्ले B वाज हेल्ड ऑन फ्राइडे, गलत है। फर्स्ट प्ले वाज ऑर्गेनाइज्ड ऑन 25th, ये सही है। सो आंसर की टिक कर दिए? 4th।
क्या क्लियर हो गया? यस और नो? ਨੈਕਸਟ ਹੈ ਵਿਚ ਡੇ ਵਾਸ ਪਲੇ ਕਿਉਂ ਆਰਗੇਨਾਈਜ਼ਡ, ਕਿਉਂ ਕਿਸ ਡੇ ਨੂੰ ਆਰਗੇਨਾਈਜ਼ ਕੀਤਾ ਗਿਆ ਸੀ? ਸੈਟਰਡੇ ਹੈਗਾ ਆਂਸਰ ਥਰਡ। ਕੀ ਕਲੀਅਰ ਹੋ ਗਿਆ? ਠੀਕ ਹੈ, ਸੋ ਇਹ ਕੰਪਲੀਟ ਹੋ ਗਿਆ ਤੇ ਆਂਸਰਸ ਚੈੱਕ ਕਰੋ। ਆਂਸਰ ਆਂਦਾ 5 1 2 4 3। क्या क्लियर हो गया? सही है? कुछ पूछना है चो? सो ये क्वेश्चन याद रखो, जो ही सानू पहला डेज दिते हुण मंडे टू सैटरडे, सो सब तो पहला आपां की अरेंज करना है? डेज। ठीक है, उस तो बाद फिर प्ले ते डेट जिहड़ा है उहनूं आपां स्टैप बाय स्टैप जिद्दां जिद्दां सानू इन्फॉर्मेशन दित्ती होएगी आपां सॉल्व कर लांगे। क्या क्लियर हो गया? क्वेश्चन नंबर 10। 6 lectures are scheduled in a week starting from Monday and ending on Sunday of the same week। ठीक है, सो स्टार्ट कित्थों होंदे? 6 ਲੈਕਚਰ ਸ਼ਡਿਊਲ ਹੋਏ ਆ ਵੀਕ ਦੇ ਵਿੱਚ, ਕਿੱਥੋਂ ਸਟਾਰਟ ਹੁੰਦੇ? ਮੰਡੇ ਤੋਂ, ਐਂਡ ਕਿੱਥੇ ਹੁੰਦੇ ਆ? ਸੰਡੇ। ਠੀਕ ਹੈ, ਸੋ ਆਪਾਂ ਹਾਂਜੀ सो मंडे टू संडे, 2 मिनट चेक कर लिए। सो आप मंडे तो संडे अरेंज करांगे। सो मंडे, ट्यूसडे, वेडनेसडे, थर्सडे, फ्राइडे, सैटरडे ते संडे। ਆਪਾਂ ਇਹਨੂੰ ਇਸ ਤਰ੍ਹਾਂ ਕਰਨ ਦੀ ਬਜਾਏ ਇਦਾਂ ਕਰ ਲੈਂਦੇ ਹਾਂ। ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, फ्राइडे, सैटरडे, संडे। कंप्यूटर साइंस इज नॉट ऑन ट्यूसडे और सैटरडे। सो कंप्यूटर साइंस है जिहड़ा और ट्यूसडे नूं भी नहीं है ते सैटरडे नूं भी नहीं है। सो मैं ऊपर वो इन्फॉर्मेशन लिख रहा जिहड़ी नहीं है। ठीक है, मैं नीचे की रखूँगा जो है। ठीक है, क्लियर हो रहा है? ओके, कंप्यूटर साइंस इज नॉट ऑन ट्यूसडे और सैटरडे। साइकोलॉजी इज इमीडिएटली आफ्टर ऑर्गेनाइजेशन बिहेवियर। सो साइकोलॉजी है वो इमीडिएटली के तो बाद है ऑर्गेनाइजेशन बिहेवियर। क्लियर हो गया है? की आप इन्हू हले अरेंज कर सकते हैं? नहीं, क्योंकि काफ़ी सारे ऑप्शन बन जाने। स्टैटिस्टिक्स इज नॉट ऑन फ्राइडे। स्टैटिस्टिक्स जिहड़ा है वो फ्राइडे नू नहीं है। ठीक है, स्टैटिस्टिक्स इज नॉट ऑन फ्राइडे एंड देयर इज 1 day गैप बिटवीन स्टैटिस्टिक्स एंड रिसर्च मैथड्स। तो एक दिन का गैप है बिटवीन स्टैटिस्टिक्स एंड रिसर्च मैथड। सो रिसर्च मैथड ते स्टैट्स दे विच किन्ने दिनों का गैप है? 1 दिन का गैप है। सो रिसर्च मैथड ते स्टैट दे विच आपां 1 दिन का गैप रखांगे। इनू भी आपां ले अरेंज नहीं कर सकते। 1 day prior to the schedule of economics there is no lecture as that lecture is the off day and Monday is not the off day। सो मंडे नू ऑफ नहीं है ते एक दिन इकनॉमिक्स तो पहला जिहड़ा डे होना चाहिए वो की होना चाहिए? ऑफ डे। क्या क्लियर है इत्थे तक? ठीक है, सो इत्थे तक साडी इन्फॉर्मेशन है। सो जो सानू दस्या गया है साडे कोल डायरैक्ट इन्फॉर्मेशन कोई नहीं है। सानू सीधी कोई इन्फॉर्मेशन नहीं दी मंडे नू की है, ट्यूसडे नू, वैडनेसडे नू, थर्सडे इन्हां चों कोई इन्फॉर्मेशन नहीं दी। ये दस्या है कि जिहड़ा कंप्यूटर साइंस है वो ट्यूसडे नू भी नहीं है तो सैटरडे नू भी नहीं है, फ्राइडे नू की नहीं है, स्टैट्स नहीं है, तो मंडे नू की नहीं है, ऑफ डे नहीं है। क्या क्लियर हो रहा है कि नहीं? उस तो इलावा ऑर्गेनाइजेशन बिहेवियर तो बाद की आंदा है साइकोलॉजी, रिसर्च मैथड ते स्टैट्स दे विच एक डे हैगा ते इकनॉमिक्स तो पहला की है ऑफ डे। आ की क्लियर हो रहा है कि नहीं? सो हुण
ਆਫ ਡੇ ਆਪਾਂ ਕਿਸ ਦਿਨ ਨਹੀਂ ਲੈ ਸਕਦੇ? ਮੰਡੇ ਨੂੰ ਨਹੀਂ ਲੈ ਸਕਦੇ। ਜੇ ਆਪਾਂ ਆਫ ਡੇ ਟਿਊਜ਼ਡੇ ਨੂੰ ਲਈਏ, ਕੀ ਲਈਏ? ਟਿਊਜ਼ਡੇ ਨੂੰ, ਤਾਂ ਇਹਦੇ ਨੀਚੇ ਕੀ ਆ ਜਾਏਗਾ? ਇਕਨੋਮਿਕਸ। ਕੀ ਕਲੀਅਰ ਹੋ ਗਿਆ? ਹੁਣ ਆਪਾਂ ਇੱਕ ਤਾਂ ਹੈਗਾ ਰਿਸਰਚ ਮੈਥਡ, ਇੱਕ ਦਿਨ ਛੱਡ ਕੇ ਸਟੈਟਸ ਲੈਣਾ ਹੈ, ਸੋ ਆਪਾਂ ਇੱਥੇ ਵੀ ਲੈ ਸਕਦੇ ਹਾਂ, ਇੱਥੇ ਵੀ ਲੈ ਸਕਦੇ, ਉੱਪਰ ਤਾਂ ਨਹੀਂ ਆਏਗਾ। ਇੱਥੇ ਜੇ ਆਪਾਂ ਕਿਤੇ ਵੀ ਲਈਏ, ਥੋੜਾ ਇਹਨੂੰ ਧਿਆਨ ਦਿਓ, ਜੇ ਆਪਾਂ ਇੱਥੇ ਤਿੰਨਾਂ ਤੇ ਲਈਏ ਜਾਂ ਇੱਥੇ ਤਿੰਨਾਂ ਤੇ ਲਈਏ, ਆਰਗੇਨਾਈਜੇਸ਼ਨ, ਸਾਈਕੋਲੋਜੀ, ਇਹ ਦੋਨੋਂ ਇਕੱਠੇ ਕਿਤੇ ਅਰੇਂਜ ਹੋ ਪਾਉਗੇ? ਫਰਾਈਡੇ ਨਹੀਂ। ਜੇ ਆਪਾਂ ਇੱਥੇ ਰਿਸਰਚ ਮੈਥਡ ਲਈਏ, ਇੱਥੇ ਇੱਕ ਦਿਨ ਛੱਡ ਕੇ ਸਾਨੂੰ ਸਟੈਟਸ ਲੈਣਾ ਪਏਗਾ। ਹੁਣ ਕੀ ਆਪਾਂ ਆਰਗੇਨਾਈਜੇਸ਼ਨ, ਬਿਹੇਵੀਅਰ ਤੇ ਸਾਈਕੋਲੋਜੀ ਇਕੱਠੇ ਕਿਤੇ ਲੈ ਸਕਦੇ ਆ? ਨੋ। ਸੋ ਜੇ ਆਪਾਂ ਅੱਛਾ ਰਿਸਰਚ ਮੈਥਡ ਇੱਥੇ ਨਾ ਲਈਏ, ਰਿਸਰਚ ਮੈਥਡ ਇੱਥੇ ਲੈ ਲਈਏ, ਇੱਥੇ ਸਟੈਟਸ ਆ ਜਾਏਗਾ, ਜਾਂ ਇੱਥੇ ਸਟੈਟਸ ਤਾਂ ਆਪਾਂ ਲੈ ਨਹੀਂ ਸਕਦੇ। ਚਲੋ ਫਿਰ ਕੀ ਸਟਿਲ ਆਪਾਂ ਕੀ ਆਰਗੇਨਾਈਜੇਸ਼ਨ, ਬਿਹੇਵੀਅਰ, ਸਾਈਕੋਲੋਜੀ ਕਿਤੇ ਅਰੇਂਜ ਕਰ ਪਾ ਰਹੇ? ਨੋ। ਸੋ ਦੈਟ ਮੀਨਸ ਆਪਾਂ ਆਫ ਡੇ ਜਿਹੜਾ ਹੈ ਉਹ ਟਿਊਜ਼ਡੇ ਨੂੰ ਵੀ ਨਹੀਂ ਲੈ ਸਕਦੇ। ਕੀ ਕਲੀਅਰ ਹੋ ਰਿਹਾ ਕਿ ਨਹੀਂ? ਆਫ ਡੇ ਫਿਰ ਆਪਾਂ ਕਿੱਥੇ ਟਰਾਈ ਕਰਦੇ ਹਾਂ? ਵੈਡਨਸਡੇ। ਜੇ ਆਪਾਂ ਆਫ ਡੇ ਇੱਥੇ ਲੈ ਲਈਏ, ਇੱਥੇ ਇਕਨੋਮਿਕਸ ਹੋ ਜਾਏਗਾ। ਹੁਣ 2 ਲੈਕਚਰਸ ਉੱਪਰ ਹੈ, 3 ਲੈਕਚਰਸ ਨੀਚੇ ਹੈ। 2 ਲੈਕਚਰਸ ਉੱਪਰ ਹੈ, ਦੈਟ ਮੀਨਸ ਇੱਥੇ ਤਾਂ ਫਿਰ ਆਰਗੇਨਾਈਜੇਸ਼ਨ, ਬਿਹੇਵੀਅਰ ਤੇ ਸਾਈਕੋਲੋਜੀ ਲੈ ਹੋਏਗਾ, ਕਿਉਂਕਿ ਤਿੰਨਾਂ ਇਕੱਠੇ ਤਾਂ ਨਹੀਂ। ਇੱਥੇ ਫਿਰ ਕੀ ਆਏਗਾ? ਰਿਸਰਚ ਮੈਥਡ, ਇੱਕ ਦਿਨ ਛੱਡ ਕੇ ਸਟੈਟਸ। ਸੋ ਜੇ ਆਪਾਂ ਇੱਥੇ ਰਿਸਰਚ ਮੈਥਡ ਲਿਖ, ਕਿਉਂਕਿ ਇੱਥੇ ਸਟੈਟ ਤਾਂ ਨਹੀਂ ਲਿਖ ਪਾਵਾਂਗੇ ਨਾ, ਕਿਉਂਕਿ ਉੱਪਰ ਫਰਾਈਡੇ ਹੈ। ਸੋ ਸਟੈਟਸ ਇੱਥੇ ਕੀ ਇੱਥੇ ਆ ਜਾਏਗਾ ਸਟੈਟਸ, ਇੱਥੇ ਆ ਗਿਆ ਰਿਸਰਚ ਮੈਥਡ। ਸੋ ਇੱਥੇ ਆ ਗਿਆ ਆਰਗੇਨਾਈਜੇਸ਼ਨ, ਬਿਹੇਵੀਅਰ, ਤੇ ਇੱਥੇ ਕੀ ਆ ਗਿਆ? ਸਾਈਕੋਲੋਜੀ। ਠੀਕ ਹੈ। ਸੋ ਇੱਥੇ ਫਿਰ ਕੰਪਿਊਟਰ ਸਾਇੰਸ ਬਚਦਾ, ਬਟ ਕੰਪਿਊਟਰ ਸਾਇੰਸ ਇੱਥੇ ਆਉਣਾ ਨਹੀਂ ਹੈ। ਕੀ ਫੋਲੋ ਕਰ ਪਾ ਰਹੇ ਹੋ ਕਿ ਨਹੀਂ? ਇਹਦਾ ਮਤਲਬ ਆਫ ਡੇ ਆਪਾਂ ਜੇ ਵੈਡਨਸਡੇ ਨੂੰ ਵੀ ਰੱਖ ਲਈਏ ਤਾਂ ਵੀ ਸਾਡਾ ਆਨਸਰ ਸੋਲਵ ਨਹੀਂ ਹੋਏਗਾ। ਸੋ ਇਹਦਾ ਮਤਲਬ ਆਫ ਡੇ ਵੈਡਨਸਡੇ ਵੀ ਨਹੀਂ ਹੈ। ਜੇ ਆਪਾਂ ਆਫ ਡੇ ਥਰਸਡੇ ਨੂੰ ਲੈ ਲਈਏ, ਠੀਕ ਹੈ, ਆਫ ਡੇ ਥਰਸਡੇ ਲੈ ਲਈਏ, ਇੱਥੇ ਇਕਨੋਮਿਕਸ ਆ ਜਾਏਗਾ। ਹੁਣ ਆਰਗੇਨਾਈਜੇਸ਼ਨ, ਬਿਹੇਵੀਅਰ, ਸਾਈਕੋਲੋਜੀ ਪਿੱਛੇ ਆ ਜਾਣਾ, ਇੱਥੇ ਰਿਸਰਚ ਮੈਥਡ ਤੇ ਸਟੈਟਸ ਆ ਜਾਣਾ, ਬਟ ਅਗੇਨ ਫਿਰ ਸਾਨੂੰ ਕੰਪਿਊਟਰ ਸਾਇੰਸ ਇੱਥੇ ਰੱਖਣਾ ਪਏਗਾ। ਕੀ ਸਮਝ ਪਾ ਰਹੇ ਹੋ? ਬਟ ਕੀ ਆਪਾਂ ਟਿਊਜ਼ਡੇ ਨੂੰ ਕੰਪਿਊਟਰ ਸਾਇੰਸ ਰੱਖ ਸਕਦੇ ਹਾਂ? ਨਹੀਂ। ਇਹਦਾ ਮਤਲਬ ਆਪਾਂ ਆਫ ਡੇ ਥਰਸਡੇ ਨੂੰ ਵੀ ਨਹੀਂ ਲੈ ਸਕਦੇ। ਆਫ ਡੇ ਵੀ ਗਲਤ ਹੋ ਗਿਆ। ਸੋ ਆਫ ਡੇ ਆਪਾਂ ਜੇ ਫਰਾਈਡੇ ਨੂੰ ਲੈ ਲਈਏ, ਇੱਥੇ ਇਕਨੋਮਿਕਸ ਆ ਗਿਆ, ਬਟ ਹੁਣ ਫਿਰ ਕੋਈ ਪ੍ਰੋਬਲਮ ਇਹੀ ਹੈ, ਇੱਕ ਲੈਕਚਰ ਇੱਥੇ ਬਚਦਾ, ਬਟ ਇੱਧਰ 4 ਐਡਜਸਟ ਹੋਣੇ ਨਹੀਂ, ਕਿਉਂਕਿ 3 ਇਕੱਠੇ ਆਉਣੇ ਆ, ਫਿਰ ਆ ਵੀ ਇਕੱਠੇ ਕਰਨੇ। ਕੁਝ ਸਮਝ ਆ ਰਿਹਾ? ਸੋ ਇਹਦਾ ਮਤਲਬ ਆਫ ਡੇ ਫਰਾਈਡੇ ਨੂੰ ਵੀ ਆਪਾਂ ਨਹੀਂ ਐਡਜਸਟ ਕਰ ਸਕਦੇ। ਸੋ ਆਫ ਡੇ ਫਿਰ ਆਪਾਂ ਸੰਡੇ ਨੂੰ ਤਾਂ ਲੈ ਨਹੀਂ ਸਕਦੇ। ਕਿਉਂ? ਕਿਉਂਕਿ ਉਸ ਤੋਂ ਬਾਅਦ ਇਕਨੋਮਿਕਸ ਨਹੀਂ ਆਉਣਾ। ਸੋ ਆਫ ਡੇ ਜਿਹੜਾ ਹੈ ਉਹ ਆਪਾਂ ਕਿਸ ਦਿਨ ਲੈ ਲਿਆ? ਸੈਟਰਡੇ ਨੂੰ। ਇੱਥੇ ਕੀ ਆ ਗਿਆ? ਇਕਨੋਮਿਕਸ। ਤੇ ਹੁਣ ਆਪਾਂ ਜਿਹੜੇ ਬਾਕੀ ਅਰੇਂਜ ਕਰ ਰਹੇ ਹਾਂ, ਇੱਥੇ ਸਟੈਟਸ ਨਹੀਂ ਲੈ ਸਕਦੇ, ਠੀਕ ਹੈ, ਕੰਪਿਊਟਰ ਸਾਇੰਸ ਇੱਥੇ ਨਹੀਂ ਲੈ ਸਕਦੇ, ਠੀਕ ਹੈ। ਸੋ ਆਪਾਂ ਇੱਥੇ ਆਰਗੇਨਾਈਜੇਸ਼ਨ, ਬਿਹੇਵੀਅਰ ਲੈ ਕੇ ਇੱਥੇ ਸਾਈਕੋਲੋਜੀ ਲੈ ਸਕਦੇ ਹਾਂ, ਇੱਥੇ ਸਟੈਟ ਲੈ ਕੇ ਇੱਥੇ ਰਿਸਰਚ ਮੈਥਡ ਲੈ ਸਕਦੇ ਹਾਂ, ਤੇ ਇੱਥੇ ਕੀ ਆ ਜਾਏਗਾ? ਕੰਪਿਊਟਰ ਸਾਇੰਸ। ਕੀ ਕਲੀਅਰ ਹੋ ਰਿਹਾ? ਜੇ ਆਪਾਂ ਇਹਨੂੰ ਤਿੰਨਾਂ ਨੂੰ ਆਪਾਂ ਨੂੰ ਇਕੱਠੇ ਨੂੰ ਇੱਥੇ ਰੱਖਣਾ ਪਏਗਾ। ਸੋ ਜੇ ਮੈਂ ਇਹਨੂੰ ਅੱਗੇ ਇੱਥੇ ਰੱਖਦਾ ਤਾਂ ਫਿਰ ਪ੍ਰੋਬਲਮ ਕੀ ਆ ਜਾਏਗੀ? ਕੰਪਿਊਟਰ ਸਾਇੰਸ ਤਾਂ ਹੋ ਜਾਏਗਾ। ਮੇਰੇ ਕਹਿਣ ਦਾ ਮਤਲਬ ਜੇ ਮੈਂ ਇੱਥੇ ਸਟੈਟਸ ਰੱਖਦਾ ਤੇ ਇੱਥੇ ਫਿਰ ਰਿਸਰਚ ਮੈਥਡ ਰੱਖਦਾ ਤੇ ਇੱਥੇ ਇੱਕ ਦਿਨ ਛੱਡ ਕੇ ਫਿਰ ਉਹ ਵੀ ਤੇ ਉਹ ਸਾਈਕੋਲੋਜੀ ਨਹੀਂ ਨਾ ਆਉਣਾ, ਕਿਉਂਕਿ ਉਹ 2 ਇਕੱਠੇ ਆਣੇ, 3 ਇਕੱਠੇ ਆਣੇ, ਗੱਬੇ ਤਾਂ ਇੱਥੇ ਸਾਨੂੰ ਪਤਾ ਹੈ ਕੰਪਿਊਟਰ ਸਾਇੰਸ ਹੀ ਆਉਣਾ। ਸੋ ਫਿਰ ਉਹ ਬਣਦਾ ਨਹੀਂ ਹੈ। ਜੇ ਆਪਾਂ ਇਹਨੂੰ ਅੱਗੇ ਕਰ ਦਈਏ, ਇੱਥੇ ਆਰਗੇਨਾਈਜੇਸ਼ਨ, ਬਿਹੇਵੀਅਰ ਤੇ ਸਾਈਕੋਲੋਜੀ ਰੱਖ ਦਈਏ, ਤਾਂ ਫਿਰ ਇੱਥੇ ਕੰਪਿਊਟਰ ਸਾਇੰਸ ਨਹੀਂ ਆਉਂਦਾ। ਕੀ ਸਮਝ ਪਾ ਰਹੇ ਹੋ ਕਿ ਨਹੀਂ? ਸਟੈਟਸ ਸਾਨੂੰ ਇੱਥੇ ਹੀ ਰੱਖਣਾ ਪਏਗਾ, ਠੀਕ ਹੈ। ਜੇ ਆਪਾਂ ਇੱਥੇ ਸਟੈਟਸ ਰੱਖ ਦਈਏ ਤਾਂ ਫਿਰ ਅਲੱਗ ਹੋ ਜਾਂਦਾ ਹੈ, 2 ਲੈਕਚਰਸ ਅਲੱਗ ਹੋ ਜਾਣੇ। ਇੱਥੇ ਸਟੈਟ ਰੱਖ ਦਈਏ, ਇੱਥੇ ਰਿਸਰਚ ਮੈਥਡ ਆਉਂਦਾ, ਇੱਥੇ ਫਿਰ ਕੰਪਿਊਟਰ ਸਾਇੰਸ ਨਹੀਂ ਆਉਂਦਾ, ਕਿਉਂਕਿ ਆਰਗੇਨਾਈਜੇਸ਼ਨ, ਬਿਹੇਵੀਅਰ ਤੇ ਇੱਥੇ ਸਾਈਕੋਲੋਜੀ ਤਾਂ ਆ ਜਾਏਗਾ। ਕੀ ਕਲੀਅਰ ਹੋ ਗਿਆ? ਕਲੀਅਰ ਹੈ? ਸੋ ਤੁਹਾਡੀ ਜੋ ਸੀਕੁਐਂਸ ਬਣੀ ਹੋਗੀ ਬਣੀ, ਬਿਲਕੁਲ ਇੰਟਰਚੇਂਜ ਕਰ ਸਕਦੇ ਹਾਂ। ਰਿਸਰਚ ਮੈਥਡ ਤੇ ਸਟੈਟਸ ਦੇ ਵਿੱਚ ਇੱਕ ਦਿਨ ਦਾ ਗੈਪ ਹੈ। ਫਿਰ ਕੀ ਕਲੀਅਰ ਹੋ ਗਿਆ? ਹੁਣ ਕੁਐਸਚਨ ਚੈੱਕ ਕਰ ਲੈਂਦੇ ਹਾਂ। ਤੇ ਫਸਟ ਕੁਐਸਚਨ ਕੀ ਹੈ? ਵਿਚ ਆਫ ਦ ਫੋਲੋਇੰਗ ਇਜ਼ ਦ ਲਾਸਟ ਲੈਕਚਰ ਸ਼ਡਿਊਲਡ? ਲਾਸਟ ਲੈਕਚਰ ਕਿਹੜਾ ਸੀ? ਇਕਨੋਮਿਕਸ। 5th ਆਂਸਰ ਆ ਜਾਏਗਾ। if Wednesday is off day the code would be 24। Wednesday ਜੇ off day ਹੋਵੇ, Wednesday ਨੂੰ ਜੇ ਆਪਾਂ off day ਰੱਖ ਲਈਏ ਤਾਂ ਕੋਡ ਕੀ ਬਣ ਜਾਂਦਾ? 24। ਦੇਖੋ 2 ਲੈਕਚਰ ਅੱਗੇ ਹੈ, 4 ਲੈਕਚਰ ਪਿੱਛੇ ਹੈ, 24 ਕੋਡ ਹੋ ਗਿਆ।
इफ थर्सडे इज द ऑफ डे द कोड वुड बी 3-3, जे थर्सडे ऑफ डे रख लीए, थर्सडे ऑफ डे रख लीए, 3-3 का कोड बन जाएगा बिल्कुल। टेकिंग इनटू अकाउंट द ऑफ डे किदन सीगा, सैटरडे। टेकिंग इनटू अकाउंट द ऑफ डे विच ऑफ द फॉलोइंग कोड इज करेक्ट, किहड़ा कोड करेक्ट होएगा, 5-1 ही होना चाहिए, बट इत्थे ऑप्शन है नहीं, सो इस करके आप आंसर की टिक करांगे। फिफ्थ, विच लेक्चर इज शेड्यूल्ड ऑन फ्राइडे, फ्राइडे नूं किहड़ा लेक्चर है, फ्राइडे। रिसर्च मैथड्स, अगेन इहदा आंसर की है 5। हाउ मैनी लेक्चर्स वर शेड्यूल्ड बिटवीन इकनॉमिक्स एंड साइकोलॉजी, इकनॉमिक्स ते साइकोलॉजी, इकनॉमिक्स ते साइकोलॉजी दे विच कितने लेक्चर्स है, 3। ध्यान रखना 3 लेक्चर्स है, एक ऑफ डे है, क्योंकि टोटल लेक्चर्स कितने सीगे, 6 सीगे। क्या क्लियर हो गया। विच डे इज कंप्यूटर साइंस शेड्यूल्ड, किहड़े डे कंप्यूटर साइंस है, थर्सडे, सो आंसर आ जाएगा 3rd। विच डे इज ऑफ डे किहड़ा सीगा, सैटरडे, इत्थे आ जाएगा अगेन नन ऑफ दीस, सो नन ऑफ दीस काफ़ी पुछ आएंगे। सो जो साडा आंसर आ रहा है 5-5-5-3-3-5, चेक करो कि ये आंसर सही है। सही है। एक क्वेश्चन पे है हल्ले। 7th क्वेश्चन की है, इफ समवन वांट्स टू अटेंड ओनली 2 लेक्चर्स आउट ऑफ साइकोलॉजी, रिसर्च मैथड्स एंड कंप्यूटर साइंस, इन्हां तिन्नां विचों सिर्फ किन्ने लेक्चर अटेंड करने हैं, 2। So if someone wants to attend only 2 lectures out of psychology, research method and computer science, but wants the 2 days to be successive, one after the another, but वो दोनों दिन की होने चाहिए successive, then which lecture combination may be selected? research method, computer science, ਕਿਹੜੇ ਕਿਹੜੇ ਸੀਗੇ ਉਹਨੇ ਅਟੈਂਡ ਕਰ ਸਕਦਾ ਉਹ, ਸਾਈਕੋਲੋਜੀ, ਰਿਸਰਚ ਮੈਥਡ ਤੇ ਕੰਪਿਊਟਰ ਸਾਇੰਸ। ਸਾਈਕੋਲੋਜੀ ਕਿਸ ਦਿਨ ਹੈ, ਟਿਊਜ਼ਡੇ, ਰਿਸਰਚ ਮੈਥਡ ਤੇ ਕੰਪਿਊਟਰ ਸਾਇੰਸ ਇਕੱਠੇ ਹੈ, ਸੋ ਦੈਟ ਮੀਨਸ ਉਹ ਸਾਈਕੋਲੋਜੀ ਤਾਂ ਅਟੈਂਡ ਨਹੀਂ ਕਰ ਪਾਏਗਾ ਕਿਉਂਕਿ ਉਹਨੇ ਦੋਨੋਂ ਇਕੱਠੇ ਲੈਕਚਰ ਅਟੈਂਡ ਕਰਨੇ ਆ, ਸਾਈਕੋਲੋਜੀ ਤਾਂ ਨਹੀਂ ਆਏਗਾ। ਸੋ ਆਪਾਂ ਕਵਾਂਗੇ ਰਿਸਰਚ ਮੈਥਡ, ਕੰਪਿਊਟਰ ਸਾਇੰਸ, ਸਾਈਕੋਲੋਜੀ, ਕੰਪਿਊਟਰ ਸਾਇੰਸ, ਠੀਕ ਹੈ। ਸੋ ਆਪਾਂ ਫਸਟ ਆਂਸਰ ਟਿਕ ਕਰਾਂਗੇ। ਕੀ ਕਲੀਅਰ ਹੋ ਗਿਆ, ਕਿਉਂਕਿ ਉਹਨੇ 2 ਇਕੱਠੇ ਲੈਕਚਰ ਅਟੈਂਡ ਕਰਨੇ। ਆ ਕਲੀਅਰ ਹੈ, ठीक है।